ਉਹਨਾਂ ਦਾ ਨਿਰੀਖਣ ਕਰਨਾ ਸੀਗਾ, ਕਿਉਂਕਿ ਥੋੜਾ ਸਮਾਂ ਲੱਗ ਗਿਆ। ਅਸੀਂ ਲੰਚ ਕਰਕੇ ਜਸਟ ਬਸ ਹੁਣ ਤੁਹਾਡੇ ਕੋਲ ਆ ਹੀ ਰਹੇ ਹਾਂ। ਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਬਰੀਫਿੰਗ ਕਰਨ ਦਾ ਇਹ ਭਾਵ ਸੀਗਾ ਕਿਉਂਕਿ 10 ਤਰੀਕ ਨੂੰ ਤਾਂ ਐਕਚੁਅਲ ਕਾਊਂਟਿੰਗ ਹੋ ਹੀ ਜਾਣੀ ਹੈ। ਅਗਰ ਕੱਲ੍ਹ ਨੂੰ ਕੋਈ ਬਰੀਫ ਕਰ ਦੇ ਤਾਂ ਉਹ 10th ਮਾਰਨਿੰਗ ਨੂੰ ਜਦੋਂ ਨੂੰ ਛਪਦਾ ਬਾਈ ਦੈਟ ਟਾਈਮ ਤਾਂ ਇਲੈਕਸ਼ਨ ਦੇ ਰਿਜ਼ਲਟ ਹੀ ਆਉਣੇ ਸ਼ੁਰੂ ਹੋ ਜਾਣੇ ਹੈ। ਸੋ ਅਸੀਂ 8th ਨੂੰ ਤੁਹਾਨੂੰ ਬਰੀਫਿੰਗ ਤਾਂ ਕਰ ਰਹੇ ਹਾਂ ਸੋ ਦੈਟ 9th ਨੂੰ ਤੁਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਇਹਨੂੰ ਸਾਰਾ ਸੂਚਿਤ ਕਰ ਸਕੋ। ਲੁਧਿਆਣੇ ਜ਼ਿਲ੍ਹੇ ਦੇ ਅੰਦਰ ਟੋਟਲ 14 ਕੌਂਸਟੀਚੁਐਂਸੀਜ਼ ਨੇ। ਇਹ 14 ਕੌਂਸਟੀਚੁਐਂਸੀਜ਼ ਜਿਹੜੀਆਂ ਹੈਗੀਆਂ ਨੇ ਸਾਰੇ ਦੇ ਸਾਰੇ ਦੀਆਂ ਜਿਹੜੀਆਂ EVMs ਹਨ ਉਹ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ 2979 ਪੋਲਿੰਗ ਬੂਥਸ ਦੀਆਂ ਪੂਰੀਆਂ ਜਿਹੜੀਆਂ EVMs ਨੇ ਔਰ VVPAT ਨੇ ਉਹਨਾਂ ਦੇ ਜਿਹੜੇ ਸਟਰੋਂਗ ਰੂਮਸ ਨੇ ਉਹ ਸਾਰੇ ਦੇ ਸਾਰੇ ਲੁਧਿਆਣਾ ਸ਼ਹਿਰ ਦੇ ਅੰਦਰ ਬਣਾਏ ਗਏ ਨੇ। ਇਹ ਜਿਹੜੇ ਹੈਗੇ ਆ 8 ਬਿਲਡਿੰਗਸ ਦੇ ਅੰਦਰ ਸਾਡੇ ਸੈਂਟਰ ਨੇ। ਇਹਨਾਂ 'ਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ 4, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ 2, SCD ਕਾਲਜ ਫॉर ਮੈਨ ਐਂਡ ਵੀਮੈਨ ਹੁਣ ਤਾਂ ਦੋਨੇ ਹੀ ਹੋ ਗਿਆ, ਉੱਥੇ 2 ਜਗ੍ਹਾ ਦੀ ਕਾਊਂਟਿੰਗ ਹੋਣੀ ਹੈ। ਆਰੀਆ ਕਾਲਜ ਜਿਹੜਾ ਹੈਗਾ ਇੱਥੇ 1 ਸੈਂਟਰ ਬਣੇਗਾ ਕਾਊਂਟਿੰਗ ਦਾ। ਇਸੇ ਤਰ੍ਹਾਂ ਹੀ KVM ਸਕੂਲ ਦਾ ਜਿਹੜਾ ਹਾਲ ਹੈਗਾ ਉੱਥੇ 1, ਗਵਰਨਮੈਂਟ ਕਾਲਜ ਫॉर ਵੀਮੈਨ ਇੱਥੇ 1 ਹੈ, ਜਿਹੜਾ ਪੋਲੀਟੈਕਨਿਕ ਹੈ ਸਾਡਾ SRS ਇੱਥੇ 1 ਹੈ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫॉर ਗਰਲਸ ਇੱਥੇ 1 ਹੈ, ਮਾਲਵਾ ਕਾਲਜ ਫॉर ਵੀਮੈਨ ਇੱਥੇ 1 ਹੈ। ਸੋ ਟੋਟਲ 14 ਸੈਂਟਰਾਂ ਦੀ ਜਿਹੜੀ ਹੈਗੀ ਹੈ 57 ਦਾਖਾ ਤੋਂ ਲੈ ਕੇ 70 ਜਗਰਾਓਂ ਤੱਕ ਜਿਹੜੀ ਕਾਊਂਟਿੰਗ ਹੋਣੀ ਹੈ। ਇਹ ਕਾਊਂਟਿੰਗ 10 ਤਰੀਕ ਨੂੰ ਸਵੇਰੇ 8 ਵਜੇ ਸ਼ੁਰੂ ਹੋਣੀ ਹੈ। ਜਿਹੜਾ ਸਾਡਾ ਪੋਲਿੰਗ ਪਰਸਨਲ ਹੈਗੇ ਨੇ ਉਹਨਾਂ ਦੀ ਅਸੀਂ ਹੁਣ ਤੱਕ ਜਿਹੜੇ ਟੋਟਲ ਪੋਲਿੰਗ ਪਰਸਨਲ ਅਸੀਂ ਲਗਾਏ ਨੇ ਹਰ ਇੱਕ ਕੌਂਸਟੀਚੁਐਂਸੀ 14 ਕੌਂਸਟੀਚੁਐਂਸੀਆਂ ਦੇ ਵਿੱਚ ਕਿਉਂਕਿ 14 ਟੇਬਲ ਲੱਗਣੇ ਨੇ। ਤੋ ਇਸ ਹਿਸਾਬ ਨਾਲ ਇੱਕ ਕੌਂਸਟੀਚੁਐਂਸੀ ਜਿਹੜੀ ਹੈਗੀ ਹੈ ਉਹਦੇ ਅੰਦਰ ਅਸੀਂ ਜਿਹੜੇ ਹਨ 14 ਟੇਬਲਾਂ ਦੇ ਉੱਪਰ ਹਰ ਇੱਕ ਟੇਬਲ ਦੇ ਉੱਪਰ ਇੱਕ ਕਾਊਂਟਿੰਗ ਸੁਪਰਵਾਈਜ਼ਰ ਹੈ, ਇੱਕ ਕਾਊਂਟਿੰਗ ਅਸਿਸਟੈਂਟ ਹੈ ਔਰ ਇੱਕ ਕਾਊਂਟਿੰਗ ਮਾਈਕਰੋ ਆਬਜ਼ਰਵਰ ਹੈਗਾ। ਸੋ ਇਹ ਜਿਹੜਾ ਸਟਾਫ ਟੋਟਲ ਬਣਦਾ ਹੈਗਾ ਇਨਕਲੂਡਿੰਗ 50% ਰਿਜ਼ਰਵ 882 ਬੰਦੇ ਜਿਹੜੇ ਪਿਓਰਲੀ ਕਾਊਂਟਿੰਗ ਡਿਊਟੀ 'ਤੇ ਲਗਾਏ ਗਏ ਨੇ। ਇਸ ਤੋਂ ਇਲਾਵਾ ਬਹੁਤ ਸਾਰਾ ਸਟਾਫ ਜਿਹੜਾ ਹੈਗਾ ਹਰ ਇੱਕ ਟੇਬਲ ਦੇ ਉੱਪਰ 2-2 ਬੰਦੇ ਕੈਰੀ ਕਰਦੇ ਨੇ। 28 ਨੂੰ 14 ਨਾਲ ਹੋਰ ਗੁਣਾ ਕਰ ਲਓ। ਜਿਹੜੇ ਬਹੁਤ ਸਾਰੇ ਜਿਹੜੇ ਕਲਾਸ 4 ਇੰਪਲੋਈਜ਼ ਨੇ ਟੂ ਕੈਰੀ ਦਾ EVMs ਉਹਨਾਂ ਦੀ ਡਿਊਟੀ ਹੈ। ਔਰ ਉਸ ਤੋਂ ਇਲਾਵਾ ਬਹੁਤ ਸਾਰਾ ਸਪੋਰਟ ਸਟਾਫ ਔਰ IT ਪਰਸਨਲ ਜਿਹੜੇ ਹੈਗੇ ਨੇ ਕਿਉਂਕਿ ਇਸ ਵਾਰ ਜਿਹੜਾ ਡਾਟਾ ਹੈਗਾ ਉਹ ਨਾਲ ਦੀ ਨਾਲ ਐਨਕੋਰ ਕਰਕੇ ਇੱਕ ਇਲੈਕਸ਼ਨ ਕਮਿਸ਼ਨ ਦਾ ਸੌਫਟਵੇਅਰ ਹੈ ਉਸ ਦੇ ਵਿੱਚ ਉਹ ਡਾਟਾ ਸਾਰਾ ਫੀਡ ਹੋਣਾ ਹੈਗਾ, ਉਹਦੇ ਲਈ IT ਪਰਸਨਲ ਲਗਾਏ ਗਏ ਨੇ। ਇਸ ਤੋਂ ਇਲਾਵਾ CP ਸਾਹਿਬ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ। ਦੂਸਰੀ ਲੇਅਰ ਸਿਕਿਉਰਿਟੀ ਜੋ ਪਹਿਲਾਂ ਜਿਸ ਤਰ੍ਹਾਂ ਸੀਗੀ ਇਨਰ ਲੇਅਰ CAPF ਦੀ ਜਿਹੜੀ ਉਸ ਤੋਂ ਇਲਾਵਾ ਇੰਟਰਮੀਡੀਏਟ ਲੇਅਰ ਹੈ, ਸੈਕੰਡ ਲੇਅਰ ਹੈਗੀ ਹੈ ਉਹ ਸਟੇਟ ਆਰਮਡ ਪੁਲਿਸ PAP ਦੀ ਹੈ। ਆਊਟਰ ਜਿਹੜੀ ਲੇਅਰ ਹੈਗੀ ਹੈ ਉਹ ਲੋਕਲ ਪੁਲਿਸ ਦੀ ਹੈ। ਆਈ ਲੀਵ ਇਟ ਐਟ ਦੈਟ ਔਰ ਜ਼ਿਆਦਾ ਡਿਟੇਲਸ CP ਸਾਹਿਬ ਇਸ 'ਤੇ ਦੇਣਗੇ ਤੁਹਾਨੂੰ। ਬਟ ਮੋਟੇ ਤੌਰ 'ਤੇ ਇਹ ਹੈਗਾ ਕਿ ਉਸ ਦਿਨ ਨੋ ਮੋਬਾਈਲਸ ਆਰ ਅਲਾਊਡ ਇਨਸਾਈਡ ਐਕਸੈਪਟ ਫॉर ਦਾ ਆਬਜ਼ਰਵਰ, ਜਾਂ ਇੱਕ ਮੋਬਾਈਲ ਔਫ ਕਰਕੇ ਰਿਟਰਨਿੰਗ ਆਫਿਸਰ ਕੇਵਲ ਲਿਜਾ ਸਕਦੇ ਨੇ। ਉਹ ਵੀ ਜਿਹੜੀ ETPBS ਨੇ ਫੌਜੀਆਂ ਦੇ ਜਿਹੜੇ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਆਉਂਦੇ ਨੇ ਉਹਨਾਂ ਦਾ ਇੱਕ OTP ਆਉਂਦਾ ਜਦੋਂ ਉਹਨਾਂ ਨੂੰ ਕਾਊਂਟ ਕਰਨਾ ਹੁੰਦਾ। No one will be allowed entry without I cards। ਮੇਰੀ ਮੀਡੀਆ ਪਰਸਨਸ ਨੂੰ ਵੀ ਬੇਨਤੀ ਹੈ ਕਿ ਤੁਹਾਡਾ ਜਿਹੜਾ ਯੈਲੋ ਕਲਰ ਦਾ ਜਿਹੜਾ ECI ਵੱਲੋਂ ਪ੍ਰਵਾਨਿਤ ਤੁਹਾਡਾ ਆਇਡੈਂਟੀਟੀ ਕਾਰਡ ਹੈ it has been circulated to all security agencies, all returning officers as well as observers। ਸੋ ਕਾਈਂਡਲੀ ਆਪਣਾ ECI ਦਾ ਜਿਹੜਾ ਆਇਡੈਂਟੀਟੀ ਕਾਰਡ ਹੈ ਉਹਨੂੰ ਜ਼ਰੂਰ ਤੁਸੀਂ ਕੈਰੀ ਕਰਨਾ। ਮੀਡੀਆ ਪਰਸਨਸ ਜਿਹੜੇ ਹੈਗੇ ਇੱਕ ਸਪੈਸੀਫਾਈਡ ਲਾਈਨ ਤੱਕ ਔਰ ਇੱਕ ਪਰਟੀਕੂਲਰ ਟਾਈਮ ਪੀਰੀਅਡ 'ਤੇ ਹਰ ਇੱਕ ਜਗ੍ਹਾ 'ਤੇ ਤੁਹਾਡਾ ਮੀਡੀਆ ਸੈਂਟਰ ਬਣਿਆ ਹੋਏਗਾ। ਤੁਹਾਨੂੰ ਜਿਹੜੇ ਰਿਟਰਨਿੰਗ ਆਫਿਸਰ ਨੇ ਉਹ DPRO ਸਾਹਿਬ ਤੁਹਾਡੇ ਨਾਲ ਤਾਲਮੇਲ ਕਰਨਗੇ। ਆਫਟਰ ਰੈਗੂਲਰ ਇੰਟਰਵਲਸ ਜਿਹੜਾ ਹੈਗਾ ਤੁਹਾਨੂੰ ਅੰਦਰ ਲਿਜਾਇਆ ਜਾਏਗਾ। ਅੰਦਰ ਲਿਜਾ ਕੇ ਪਰਟੀਕੂਲਰ ਮਸ਼ੀਨ ਦੇ ਅੰਦਰ ਕੀ ਵੋਟਸ ਆ ਰਹੀਆਂ ਨੇ ਉਹਦੀ ਫਿਲਮਿੰਗ ਨਹੀਂ ਅਲਾਊਡ ਹੋਏਗੀ, ਬਟ ਓਵਰਆਲ ਜਨਰਲ ਸ਼ਾਟਸ ਜਿਹੜੇ ਹੈਗੇ ਤੁਸੀਂ ਲਿਜਾ ਸਕਦੇ ਹੋ। ਔਰ ਅੰਦਰ ਸਿਰਫ ਹੈਂਡ ਹੈਲਡ ਕੈਮਰਾਜ਼ ਲਿਜਾਏ ਜਾ ਸਕਦੇ ਆ। ਕੋਈ ਟਰਾਈਪੋਡਸ ਜਾਂ ਇਸ ਤਰ੍ਹਾਂ ਦੀ ਸਟੇਸ਼ਨਰੀ ਕੋਈ ਇਕੁਪਮੈਂਟ ਜਾਂ ਮੋਬਾਈਲ ਫੋਨਸ ਜਿਹਦੇ ਨਾਲ ਕਿ ਬਾਹਰ ਕਮਿਊਨੀਕੇਸ਼ਨ ਹੋ ਸਕੇ ਉਹ ਜਿਹੜੀਆਂ ਚੀਜ਼ਾਂ ਉਹ ਅੰਦਰ ਅਲਾਊਡ ਨਹੀਂ ਹੋਣਗੀਆਂ।
ਇਸ ਤੋਂ ਇਲਾਵਾ ਸਭ ਤੋਂ ਵੱਡੀ ਤੁਹਾਡੀ ਕਿਉਰਿਓਸਿਟੀ ਇਹ ਹੋਏਗੀ ਕਿ ਸਾਨੂੰ ਰਿਜ਼ਲਟਸ ਦਾ ਕਿੱਦਾਂ ਪਤਾ ਲੱਗੇਗਾ। ਜਦੋਂ ਹੀ ਅੰਦਰੋਂ ਰਾਊਂਡ ਵਾਈਜ਼ ਰਿਜ਼ਲਟ ਆਉਂਦੇ ਨੇ, ਜਿਹੜੀ ਤੁਹਾਡਾ ਮੀਡੀਆ ਸੈਂਟਰ ਹੈਗਾ ਉੱਥੇ ਇਹ ਰਿਜ਼ਲਟ ਡਿਸਕਲੋਜ਼ ਕੀਤਾ ਜਾਏਗਾ। ਸਾਰੇ ਰਿਟਰਨਿੰਗ ਆਫਿਸਰਸ ਨੂੰ ਕਿਹਾ ਗਿਆ ਕਿ ਉੱਥੇ ਇੱਕ LED ਤੁਹਾਡੀ ਲਗਾ ਦਿੱਤੀ ਜਾਵੇ ਜਿਸ ਤੇ ਕਿ ਉਹ ਅਪਡੇਟ ਕਰਦੇ ਰਹਿਣਗੇ। ਇਸ ਤੋਂ ਇਲਾਵਾ ਮੈਂ ਵੀ ਹਰ ਇੱਕ ਰਾਊਂਡ ਤੇ ਆਈ ਪ੍ਰੋਮਿਸ ਯੂ ਕਿ ਮੈਂ ਆਪਦੇ ਫੋਨ ਤੋਂ ਜਦੋਂ ਮੇਰੇ ਕੋਲ ਕੰਪਾਈਲ ਹੋ ਕੇ ਰਾਊਂਡ ਵਾਈਜ਼ ਡਾਟਾ ਆਉਂਦਾ ਹੈ ਤਾਂ ਮੈਂ ਰੈਗੂਲਰਲੀ DPRO ਸਾਹਿਬ ਨੂੰ ਦਿੰਦਾ ਰਹੂੰਗਾ। ਉਹ ਅੱਗੇ ਜਿਹੜਾ ਹੈਗਾ ਤੁਹਾਨੂੰ ਫੀਡਬੈਕ ਦਿੰਦੇ ਰਹਿਣਗੇ। ਔਰ ਇਸ ਤੋਂ ਇਲਾਵਾ ਇੱਕ ਕੰਪਨੀ ਕੋਲ ਐਕਸਟਰਾ ਹੈਗੀ ਸਰ, ਇਹ ਹੈਗਾ ਕਿ ਮੈਂ ਉਹਦਾ ਲਿੰਕ ਜਿਹੜਾ ਹੈਗਾ ਇਸ ਵਾਰ DPRO ਸਾਹਿਬ ਨੂੰ ਭੇਜਤਾ। ਜਿਹੜਾ ਐਨਕੋਰ ਸੌਫਟਵੇਅਰ ਹੈਗਾ ਉਹਦੇ 'ਚ ਜਿਹੜਾ ਵੀ ਡਾਟਾ ਹੋਣਾ ਐਂਟਰ, ਉਹ ਬੂਥ ਵਾਈਜ਼ ਜਿਹੜਾ ਡਾਟਾ ਹੈ ਸੈਕੰਡ ਅਬਜ਼ਰਵਰ ਸਾਹਿਬ ਕਿ ਉਹਨੂੰ ਰਿਸੀਵ ਕਰਕੇ ਮੇਰੇ ਕਮਰੇ 'ਚ ਬਿਠਾ ਦਿਓ। ਕੁਝ ਜਨਰਲ ਮੈਸੇਜ ਆਉਣੇ ਸ਼ੁਰੂ ਹੋ ਗਏ ਬਿਕੋਜ਼ ਰੈਂਡਮਾਈਜੇਸ਼ਨ ਹੈਜ਼ ਟੂ ਹੈਪਨ ਹੀਅਰ ਐਟ 5 o'clock। ਉਹਨਾਂ ਨੂੰ ਬਾਹਰ ਤੁਸੀਂ ਇੱਕ ਜਣਾ ਰਿਸੀਵ ਕਰੀ ਜਾਓ। ਇਹ ਜਿਹੜਾ ਹੈਗਾ results.eci.gov.in, ਇਹ ECI ਦੀ ਵੈਬਸਾਈਟ ਤੇ ਹੈ। ਅਗਰ ਤੁਸੀਂ ਇਹਨੂੰ ਹੁਣ ਵੀ ਕਲਿੱਕ ਕਰੋਗੇ, ਮੈਂ DPRO ਸਾਹਿਬ ਨੂੰ ਲਿੰਕ ਭੇਜਤਾ, ਹੀ ਸਰਕੂਲੇਟਡ ਟੂ ਯੂ। ਉਹ ਇਹ ਕਹਿੰਦੇ ਨੇ ਕਿ ਵੀ 10 ਤਰੀਕ ਦੀ ਸਵੇਰ 8 ਵਜੇ ਇਹ ਐਕਟੀਵੇਟ ਹੋਏਗਾ। ਸੋ ਇਲ ਬੀ ਐਜ਼ ਫਾਸਟ ਐਜ਼ ਕਿ ਵੀ ਜਦੋਂ ਹੀ ਅੰਦਰੋਂ ਐਂਟਰ ਹੋਏਗਾ। ਸੋ ਹੋ ਸਕਦਾ ਹੈ ਕਿ ਤੁਸੀਂ ਸਾਡੀ ਜਿਹੜੀ ਅਨਾਊਂਸਮੈਂਟ ਆ ਉਹਦੀ ਤੁਸੀਂ ਇੰਤਜ਼ਾਰ ਨਾ ਵੀ ਕਰੋ। DPRO ਸਾਹਿਬ ਨੇ ਤੁਹਾਡੇ ਇੱਕ ਮਨ ਦੀ ਗੱਲ ਮੈਨੂੰ ਪਹਿਲਾਂ ਹੀ ਇਹ ਗੱਲ ਕਹਿਤੀ ਕਿ 14 ਥਾਂ ਤੇ ਸੈਂਟਰ ਬਣ ਰਹੇ ਹੈ, ਵੀ ਇੱਕ 15ਵਾਂ ਤੁਸੀਂ ਸੈਂਟਰਲਾਈਜ਼ਡ ਬਣਾ ਦਿਓ ਤਾਂ ਕਿ ਇਹਨਾਂ ਨੂੰ ਥੋੜ੍ਹੀ ਆਸਾਨੀ ਹੋ ਜੇ। ਉਹਦੇ ਲਈ ਜੀ ਮੈਂ ਤੁਹਾਨੂੰ ਸਾਡਾ ਬਚਤ ਭਵਨ ਯੂਜ਼ ਕਰਨ ਦੀ ਆਗਿਆ ਦਿੰਦਾ। ਮੈਂ ਵੀ ਬਚਤ ਭਵਨ ਵਾਲਿਆਂ ਨੂੰ ਚਿੱਠੀ ਕਰ ਦਿਓ। ਉਸ ਦਿਨ ਅਸੀਂ ਕਿਉਂਕਿ ਐਨਕੋਰ ਸਿਸਟਮ ਸਾਡਾ ਇੱਥੇ ਚੱਲ ਹੀ ਰਿਹਾ ਹੈਗਾ, ਔਰ ਚਾਹ ਪਾਣੀ ਦਾ ਮੈਡਮ ਇੰਤਜ਼ਾਮ ਕਰਾ ਦਿਓ। ਇੱਕ ਜਣੇ ਦੀ ਕਿਸੇ ਦੀ ਲਿਖਤੀ ਡਿਊਟੀ ਲਗਾ ਦਿਓ। ਸੋ ਇਫ ਐਨੀ ਮੀਡੀਆ ਪਰਸਨ ਵਾਂਟਸ ਟੂ ਕਮ ਹੇਅਰ ਤਾਂ ਤੁਸੀਂ ਇੱਥੇ ਬੈਠ ਕੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਕਰ ਸਕਦੇ ਹੈਗੇ ਹੋ। ਅੱਛਾ, ਜਿਹੜੀ ਇਹ ਜਿਹੜੇ ਕਾਊਂਟਿੰਗ ਸੈਂਟਰ ਨੇ ਉਹਨਾਂ ਦੀ ਡਿਟੇਲਸ ਜਿਹੜੀ ਹੈਗੀ ਹੈ ਤੁਹਾਨੂੰ DPRO ਸਾਹਿਬ ਦੇ ਦੇਣਗੇ। 14 ਦੇ 14 ਕਾਊਂਟਿੰਗ ਸੈਂਟਰ ਅੱਜ ਮੇਰੇ ਤੇ ਮੇਰੇ ਪੁਲਿਸ ਕਾਊਂਟਰ ਪਾਰਟਸ ਵੱਲੋਂ ਵਿਜ਼ਿਟ ਕਰ ਲਏ ਗਏ ਹੈ। ਰਾਏਕੋਟ, ਜਗਰਾਓਂ ਔਰ ਜਿਹੜਾ ਦਾਖਾ ਹੈਗਾ ਉਹ SSP ਜਗਰਾਓਂ ਰੂਰਲ, ਉਹਦੀ ਸਿਕਿਉਰਿਟੀ ਦਾ ਜ਼ਿੰਮਾ ਹੋਏਗਾ। ਇਸੇ ਤਰ੍ਹਾਂ ਹੀ ਸਮਰਾਲਾ, ਪਾਇਲ ਔਰ ਤੀਜਾ ਕਿਹੜਾ ਹੈਗਾ ਖੰਨਾ, ਇਹ ਖੰਨਾ SSP ਸਾਹਿਬ ਦੇਖਣਗੇ। ਬਾਕੀ ਕੋਰ ਸਿਟੀ ਦੇ ਜਿਹੜੇ 8 ਕੌਂਸਟੀਚੁਐਂਸੀਜ਼ ਹੈਗੀਆਂ ਨੇ ਉਹ CP ਸਾਹਿਬ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਹੋਣੀ। ਉਸ ਤੋਂ ਇਲਾਵਾ ਇਹ ਹੈਗਾ ਕਿ ਅੰਦਰ ਜਿਹੜੀ ਕਾਊਂਟਿੰਗ ਹੋਣੀ ਹੈ, ਸਭ ਤੋਂ ਪਹਿਲੀ ਪ੍ਰੈਫਰੈਂਸ ਜਿਹੜੀ ਹੈਗੀ ਉਹ ਮਸ਼ੀਨ ਦੇ ਅੰਦਰ ਕਾਊਂਟਿੰਗ ਨੂੰ ਦਿੱਤੀ ਜਾਏਗੀ। ਅਗਰ ਕਿਤੇ ਕੋਈ ਰਿਜ਼ਲਟ ਰਿਟਰੀਵ ਨਹੀਂ ਹੁੰਦਾ ਹੈਗਾ ਤਾਂ ਉਸ ਦੀ ਜਿਹੜੀ VVPAT ਕਾਊਂਟਿੰਗ ਕੀਤੀ ਜਾਏਗੀ। ਇਸ ਤੋਂ ਇਲਾਵਾ ਪੋਲੀਟੀਕਲ ਪਾਰਟੀਜ਼ ਵੱਲੋਂ ਕੋਈ ਖਾਸ ਡਿਮਾਂਡ ਕਰਨ ਤੇ ਕਿਸੇ ਖਾਸ ਬੂਥ ਦੀ ਰਿਟਰਨਿੰਗ ਆਫਿਸਰ ਦੀ ਵਿਵੇਕ ਦੇ ਉੱਪਰ ਫੈਸਲਾ ਹੋਏਗਾ ਕਿ ਕਿਸੇ ਥਾਂ ਦੀ VVPAT ਦੀ ਪਰਚੀਆਂ ਦੀ ਕਾਊਂਟਿੰਗ ਹੋਣੀ ਹੈ ਕਿ ਨਹੀਂ ਹੋਣੀ। ਜਦੋਂ ਵੀ ਨਾਰਮਲ ਕਾਊਂਟਿੰਗ ਕੰਪਲੀਟ ਹੋ ਜਾਏਗੀ ਤਾਂ ਅਖੀਰ ਦੇ ਵਿੱਚ ਅਬਜ਼ਰਵਰ ਸਾਹਿਬ ਇੱਕ 5 ਪਰਚੀਆਂ ਚੁੱਕਣਗੇ ਰੈਂਡਮ। ਸੋ 5 ਬੂਥ ਕੋਈ ਵੀ ਉਹਨਾਂ ਦੀਆਂ VVPAT ਪਰਚੀਆਂ ਨੂੰ ਗਿਣ ਕੇ ਇਹ ਮਿਲਾਨ ਕੀਤਾ ਜਾਵੇਗਾ ਕਿ ਕੀ EVM ਦੇ ਵਿੱਚ ਜੋ ਵੋਟਾਂ ਪਈਆਂ ਨੇ ਉਹ ਪਰਚੀਆਂ ਦੇ ਮੁਤਾਬਕ ਵੀ ਵੋਟਾਂ ਉਸ ਤਰ੍ਹਾਂ ਹੀ ਨਹੀਂ ਕਿ ਉਹਨਾਂ 'ਚ ਕੋਈ ਫਰਕ ਹੈ। ਫਰਕ ਨਹੀਂ ਆਏਗਾ, ਉਹ ਹਰ ਵਾਰ ਇਹ ਚੀਜ਼ ਹੁੰਦੀ ਹੈ। ਇਸ ਤੋਂ ਇਲਾਵਾ ਇਹ ਜਿਹੜੀਆਂ VVPATs ਨੇ ਔਰ EVMs ਨੇ, ਇਹਨਾਂ ਨੂੰ ਬੈਟਰੀਜ਼ ਉੱਥੇ ਰਿਮੂਵ ਕਰਕੇ ਤਾਂ ਕਿ ਕੋਈ ਸੈੱਲ ਨਾ ਲੀਕ ਹੋਣ। ਜਿੱਥੇ ਹੈਗੀਆਂ ਨੇ ਉਸੇ ਸਟਰੋਂਗ ਰੂਮ ਦੇ ਵਿੱਚ ਕੱਲ੍ਹ ਕਾਊਂਟਿੰਗ ਤੋਂ ਬਾਅਦ ਇਹਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਅਗਲੇ 45 ਦਿਨ ਇਹ ਸੀਲਡ ਰਹਿਣਗੀਆਂ, ਜੋ ਕਿ ਇਲੈਕਸ਼ਨ ਪਟੀਸ਼ਨ ਦਾ ਪੀਰੀਅਡ ਹੈ। ਕੀ ਪਤਾ ਜੇ ਕੋਈ ਬੰਦਾ ਇਲੈਕਸ਼ਨ ਪਟੀਸ਼ਨ ਪਾਉਂਦਾ ਤਾਂ ਕਿ ਇਹਨਾਂ ਨੂੰ ਸੇਵਿੰਗ ਔਰ ਸੁਰੱਖਿਅਤ ਰੱਖਿਆ ਜਾ ਸਕੇ। ਸਾਰੇ ਰਿਟਰਨਿੰਗ ਆਫਿਸਰ ਔਰ ਸਟਾਫ ਦੀ ਜਿਹੜੀ ਮੈਨੀ ਰਾਊਂਡਸ ਆਫ ਟ੍ਰੇਨਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜੇ ਸਟਾਫ ਨੂੰ ਅਸੀਂ ਕਾਊਂਟਿੰਗ ਤੇ ਲਗਾਇਆ ਉਹਨਾਂ ਦੀ ਇੱਕ ਟ੍ਰੇਨਿੰਗ ਫਸਟ ਰੈਂਡਮਾਈਜੇਸ਼ਨ ਅਸੀਂ 23 ਫਰਵਰੀ ਨੂੰ ਕਰਤੀ ਸੀ। ਇਹਨਾਂ ਦੀ ਪਹਿਲੀ ਟ੍ਰੇਨਿੰਗ 3 ਤਰੀਕ ਨੂੰ ਹੋਈ ਹੈ, ਦੂਜੀ ਟ੍ਰੇਨਿੰਗ ਕੱਲ੍ਹ ਸਵੇਰੇ 9 ਵਜੇ 9 ਤਰੀਕ ਨੂੰ ਹੋਣੀ ਹੈ। ਔਰ ਉਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਥਰਡ ਰੈਂਡਮਾਈਜੇਸ਼ਨ, ਇੱਕ ਸੈਕੰਡ ਰੈਂਡਮਾਈਜੇਸ਼ਨ ਤਾਂ ਅੱਜ ਹੀ 5 ਵਜੇ ਹੋਣੀ ਹੈ, ਥਰਡ ਰੈਂਡਮਾਈਜੇਸ਼ਨ 10 ਤਰੀਕ ਨੂੰ ਤੜਕੇ 5 ਵਜੇ ਕੀਤੀ ਜਾਵੇਗੀ। ਉਸ ਰੈਂਡਮਾਈਜੇਸ਼ਨ ਦੇ ਵਿੱਚ ਇਹ ਗੱਲ ਪਤਾ ਲੱਗੇਗੀ ਕਿ ਕਿਹੜਾ ਬੰਦਾ ਕਿਹੜੇ ਟੇਬਲ ਤੇ ਬੈਠੇਗਾ। ਅਜੇ ਇਸ ਗੱਲ ਦਾ ਵੀ ਕਿਸੇ ਨੂੰ ਆਈਡੀਆ ਨਹੀਂ ਕਿ ਕਿਹੜਾ ਬੰਦਾ ਕਿਸ ਟੇਬਲ ਤੇ ਇਸ ਤੇ ਬੈਠੇਗਾ। ਇਸ ਤੋਂ ਇਲਾਵਾ ਇਹ ਹੈ ਕਿ
100 मीटर ਜਿਹੜੀ ਦੂਰੀ ਹੈਗੀ ਹੈ ਉਹ ਪੈਡਿਸਟਰੀਅਨ ਜ਼ੋਨ ਘੋਸ਼ਿਤ ਕੀਤੀ ਗਈ ਹੈ ਬਿਲਡਿੰਗ ਦੇ ਬਾਹਰ। ਜਿੱਥੇ ਵੀ ਪੁਲਿਸ ਦੇ ਜੋ ਇੰਤਜ਼ਾਮਾਤ ਨੇ ਸੀਪੀ ਸਾਹਿਬ ਤੁਹਾਨੂੰ ਦੱਸਣਗੇ, ਪਲੀਜ਼ ਬੀਅਰ ਵਿਦ ਅਸ। ਉਸ ਤੋਂ ਬਿਯੋਂਡ ਜਿਹੜਾ ਹੈਗਾ ਕੋਈ ਵੀ ਕਿਸੇ ਨੂੰ ਵੀ ਪੈਦਲ ਉਸ 'ਚ ਜਾਣਾ ਪਏਗਾ। ਔਰ ਕੈਮਰਾਜ਼ ਵਗੈਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਇੱਕ ਸੋ ਮੋਟੋ ਮੈਂ ਹੋਰ ਗੱਲ ਦੱਸਣਾ ਚਾਹੁੰਦਾ। ਕੱਲ੍ਹ ਮੈਨੂੰ ਕੁਝ ਮੀਡੀਆ ਪਰਸਨਸ ਦੇ ਫੋਨ ਆਏ, ਕੁਝ ਲੋਕਾਂ ਨੇ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਕੁਝ ਗੱਲ ਕੀਤੀ ਹੈ ਕਿ ਸਾਨੂੰ ਪੋਸਟਲ ਬੈਲਟ ਨਹੀਂ ਮਿਲੇ। ਪੋਸਟਲ ਬੈਲਟ ਇੱਕ ਬੜੀ ਸਪੈਸ਼ਲ ਕਿਸਮ ਦੀ ਫੈਸਿਲਿਟੀ ਹੈ, ਸਪੈਸ਼ਲ ਕੈਟਾਗਰੀਜ਼ ਦੇ ਲੋਕਾਂ ਨੂੰ ਮਿਲਦੀ ਹੈ। ਤੁਹਾਨੂੰ ਪਤਾ ਹੈ ਕਿ ਜਾਂ ਤਾਂ PWD ਵੋਟਰਸ ਜਿਹੜੇ ਮਾਰਕ ਹੁੰਦੇ ਨੇ ਜਾਂ ਫਿਰ ਜਿਹੜੇ 80+ ਵੋਟਰਸ ਨੇ। ਇਸ ਤਰ੍ਹਾਂ ਦੀ ਕੁਝ ਸ਼ਿਕਾਇਤਾਂ ਕੁਝ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ। ਮੁਲਾਜ਼ਮਾਂ ਦੇ ਵਿੱਚ ਇੱਕ ਸ਼ਰਤ ਹੈ, RO ਹੈਂਡਬੁੱਕ ਦੇ ਵਿੱਚ ਅੰਡਰਲਾਈਨ ਕਰਕੇ ਇਹ ਗੱਲ ਲਿਖੀ ਗਈ ਹੈ ਕਿ ਕੋਈ ਵੀ ਪੋਸਟਲ ਬੈਲਟ ਦੇਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਹੈਜ਼ ਦਾ ਪਰਸਨ ਬੀਨ ਡਰਾਫਟਡ ਫॉर द ਇਲੈਕਸ਼ਨ ਡਿਊਟੀ। ਜਦੋਂ ਇਹ ਪ੍ਰੂਫ ਇਨ ਦ ਫਾਰਮ ਆਫ ਅ ਡਿਊਟੀ ਆਰਡਰ ਨਾਲ ਲੱਗਦਾ ਹੈ, ਇਹ ਨਹੀਂ ਹੈ ਵੀ ਜਿਹੜਾ ਬੰਦਾ ਮਰਜੀ ਮੂੰਹ ਚੁੱਕ ਕੇ ਜਿਹੜਾ ਹੈਗਾ ਪੋਸਟਲ ਬੈਲਟ ਲੈ ਕੇ, ਤਾਂ ਫਿਰ ਕੋਈ ਬੰਦਾ ਜਾਣਾ ਹੀ ਨਹੀਂ ਚਾਹੂਗਾ ਬੂਥ ਤੇ, ਹਰ ਕੋਈ ਪੋਸਟਲ ਬੈਲਟ ਲੈ ਲੂਗਾ। ਅਸਲ ਸੀਕ੍ਰੇਸੀ ਉੱਥੇ ਹੁੰਦੀ ਹੈ। ਪੋਸਟਲ ਬੈਲਟ ਦੇ ਲਈ ਆਪਣਾ ਡਿਊਟੀ ਆਰਡਰ ਲਗਾਉਣਾ ਜ਼ਰੂਰੀ ਹੁੰਦਾ। ਅਸੀਂ ਇੱਕ ਦੋ ਜਿਹੜੀਆਂ ਇੱਦਾਂ ਦੀਆਂ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੀ ਇਨਕੁਆਇਰੀ ਕਰਾਈ ਹੈ। ਇਹ ਬੰਦੇ ਜਿਹੜੇ ਹੈਗੇ ਇਹਨਾਂ ਨੇ ਜਿਸ ਵੇਲੇ ਫਾਰਮ ਭਰਿਆ, ਕੋਈ ਇਹਨਾਂ ਨੇ ਨਾਲ ਆਪਣੀ ਇਲੈਕਸ਼ਨ ਡਿਊਟੀ ਦੇ ਆਰਡਰ ਨਹੀਂ ਲਗਾਏ। ਜਦੋਂ ਇਲੈਕਸ਼ਨ ਡਿਊਟੀ ਦੇ ਆਰਡਰ ਨਹੀਂ ਲੱਗੇ ਹੁੰਦੇ ਤਾਂ ਉਸ ਬੰਦੇ ਨੂੰ ਪੋਸਟਲ ਬੈਲਟ ਜਾਰੀ ਕਰਨ ਦੀ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਨਹੀਂ ਹੈਗਾ। ਵੈਸੇ ਵੀ ਜਿਹੜੇ ਪੋਸਟਲ ਬੈਲਟ ਹੁੰਦੇ ਨੇ ਉਹ ਐਕਚੁਅਲ ਵੋਟਿੰਗ ਡੇ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਨੇ। ਉਹਦਾ ਇੱਕ ਟੈਕਨੀਕਲ ਰੀਜ਼ਨ ਹੈ ਕਿ 19 ਤਰੀਕ ਨੂੰ ਜਦੋਂ ਸਮਾਨ ਜਾਰੀ ਹੋਣਾ ਹੁੰਦਾ ਹੈ, ਉਸ ਵੇਲੇ ਅਸੀਂ PB ਲਿਖ ਕੇ ਭੇਜਦੇ ਹਾਂ ਕਿ ਇਸ ਬੰਦੇ ਨੂੰ ਪੋਸਟਲ ਬੈਲਟ ਹੋ ਗਿਆ ਔਰ ਇਸ ਬੰਦੇ ਦੀ ਅਸਲ ਵੋਟ ਨਾ ਪਵਾਈ ਜਾਵੇ। ਇਸ ਕਰਕੇ ਜਦੋਂ ਪੋਲਿੰਗ ਪਾਰਟੀਜ਼ ਉਹ ਜਿਹੜੀ ਮਾਰਕਡ ਸੂਚੀ ਉਹਨੂੰ ਕਹਿੰਦੇ ਆ, ਉਹ ਲੈ ਕੇ ਜਦੋਂ ਚਲੀਆਂ ਗਈਆਂ 19 ਫਰਵਰੀ ਨੂੰ, ਉਸ ਤੋਂ ਬਾਅਦ ਕਿਸੇ ਨੂੰ ਵੀ ਪੋਸਟਲ ਬੈਲਟ ਜਾਰੀ ਕਰਨਾ ਇਲੀਗਲ ਹੈ ਔਰ ਨਾ ਹੀ 19 ਤਰੀਕ ਤੋਂ ਬਾਅਦ ਕੋਈ ਜਾਰੀ ਕੀਤਾ ਜਾ ਸਕਦਾ। ਹਾਂ, 19 ਤਰੀਕ ਤੋਂ ਪਹਿਲਾਂ ਜਾਰੀ ਹੋ ਕੇ ਪੋਸਟਲ ਬੈਲਟ ਕਿਸੇ ਨੂੰ ਬਾਈ ਪੋਸਟ ਹੋ ਸਕਦਾ 19 ਤੋਂ ਬਾਅਦ ਮਿਲਿਆ ਹੋਵੇ, ਉਸ ਬੰਦੇ ਨੂੰ ਇਹ ਰਾਈਟ ਹੈ ਕਿ 10 ਤਰੀਕ ਨੂੰ 8 ਵਜੇ ਤੋਂ ਪਹਿਲਾਂ ਕਾਊਂਟਿੰਗ ਸੈਂਟਰ ਤੱਕ ਉਹ ਪੁੱਜਦਾ ਕਰ ਸਕਦਾ ਹੈ। ਪਰ ਜੇ ਕੋਈ ਇਸ ਭੁਲੇਖੇ 'ਚ ਬੈਠੇ ਆ ਕਿ ਵੀ ਹੁਣ ਵੀ ਉਹਨੂੰ ਪੋਸਟਲ ਬੈਲਟ ਜਾਰੀ ਹੋ ਜਾਊਗਾ, ਤਾਂ ਇੱਦਾਂ ਦਾ ਨਾ ਕੋਈ ਪ੍ਰਾਵਧਾਨ ਹੈ, ਨਾ ਹੀ ਅਸੀਂ ਆਪਣੇ ਤੌਰ 'ਤੇ ਕਰ ਸਕਦੇ ਹਾਂ। ਪਹਿਲਾਂ ਹੁਣ ਤੱਕ ਜਿਵੇਂ ਅਸੀਂ ਇਲੈਕਸ਼ਨ ਪ੍ਰੋਸੈਸ ਨੂੰ ਪੂਰਾ ਸਮੂਥ ਤੇ ਵਧੀਆ ਚਲਾਇਆ, ਇਸ ਲਈ ਅਸੀਂ ਪਰਸੋਂ ਦੀ ਵੀ ਤਿਆਰੀ ਅੱਛੀ ਕੀਤੀ ਹੋਈ ਹੈ। ਉਸ ਦਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅਸੀਂ ਡਰਾਈ ਡੇ ਵੀ ਘੋਸ਼ਿਤ ਕੀਤਾ ਹੈ। 10 ਤਰੀਕ ਵਾਲੇ ਦਿਨ ਮਿਡਨਾਈਟ ਤੋਂ ਲੈ ਕੇ ਮਿਡਨਾਈਟ ਤੱਕ 24 ਘੰਟੇ ਜਿਹੜਾ ਹੈਗਾ ਡਰਾਈ ਡੇ ਰਹੇਗਾ ਔਰ ਪੂਰੀ ਤਰ੍ਹਾਂ ਅਮਨ ਕਾਨੂੰਨ ਸ਼ਾਂਤੀ ਉਹਨੂੰ ਬਾਹਰ ਰੱਖਿਆ ਜਾਏਗਾ। ਔਰ ਵੋਟਾਂ ਦੀ ਜਿਹੜੀ ਪ੍ਰਕਿਰਿਆ ਹੈਗੀ ਉਹ ਬਿਲਕੁਲ ਤਟਸਥ ਨਿਊਟਰਲ ਤਰੀਕੇ ਨਾਲ ਕੀਤੀ ਜਾਏਗੀ ਤਾਂ ਕਿ ਸਾਰਿਆਂ ਨੂੰ ਬਰਾਬਰ ਨਿਆਂ ਮਿਲ ਸਕੇ ਔਰ ਜੋ ਲੋਕਾਂ ਦਾ ਮੈਂਡੇਟ EVMs ਦੇ ਅੰਦਰ ਪਹਿਲਾਂ ਹੀ ਦਰਜ ਹੋ ਚੁੱਕਿਆ ਉਹ ਤੁਹਾਡੇ ਸਾਹਮਣੇ ਲਿਆਂਦਾ ਜਾ ਸਕੇ। ਹੁਣ ਓਵਰ ਟੂ CP ਸਾਹਿਬ, ਉਹ ਲਾਅ ਐਂਡ ਆਰਡਰ। ਹਾਂ, ਜਿਹੜੀਆਂ 8 ਬਿਲਡਿੰਗਸ ਦੇ ਅੰਦਰ ਕਾਊਂਟਿੰਗ ਹੋਣੀ ਹੈ ਉਹਨਾਂ ਦੇ ਵਿੱਚ 10 ਤਰੀਕ ਨੂੰ ਕੋਈ ਵੀ ਟੀਚਿੰਗ, ਨਾਨ ਟੀਚਿੰਗ ਜਾਂ ਹੋਰ ਸਟਾਫ ਨਹੀਂ ਆਏਗਾ। ਉਹ ਅਸੀਂ ਆਲਰੇਡੀ ਆਰਡਰ ਕਰਕੇ ਉਹਨਾਂ 8 ਸੰਸਥਾਵਾਂ ਦੇ ਵਿੱਚ ਛੁੱਟੀ ਘੋਸ਼ਿਤ ਕਰਨ ਦਾ ਆਰਡਰ ਜਾਰੀ ਕਰ ਦਿੱਤਾ ਹੈ। ਥੈਂਕ ਯੂ ਵੈਰੀ ਮਚ। ਸਾਹਿਬ ਨੇ ਤੁਹਾਨੂੰ ਸਾਰਾ ਵਿਸਥਾਰਪੂਰਵਕ ਸਾਰੀ ਬਰੀਫਿੰਗ ਕਰ ਦਿੱਤੀ ਹੈ। ਜਿਹੜਾ ਸਿਕਿਉਰਿਟੀ ਦੇ ਨਾਲ ਰਿਲੇਟਡ ਮਸਲੇ ਹੈਗੇ ਉਹਦੇ 'ਚ ਸਭ ਤੋਂ ਇੰਪੋਰਟੈਂਟ ਤਾਂ ਹੈਗਾ ਕਿ ਜਿਹੜਾ ਪ੍ਰੈਮਿਸਿਸ ਹੈ ਜਿੱਥੇ ਕਾਊਂਟਿੰਗ ਹੋਣੀ ਹੈ, ਜੋ ECI ਦੀ ਗਾਈਡਲਾਈਨ ਐਟਲੀਸਟ 100 ਮੀਟਰਸ ਉਸ ਪ੍ਰੈਮਿਸਿਸ ਤੋਂ ਨੇੜੇ ਪਾਰਕਿੰਗ ਨਹੀਂ ਹੋ ਸਕਦੀ। ਸੋ ਸਾਰੀਆਂ ਅਸੀਂ ਪਲੇਸਿਸ ਈਅਰਮਾਰਕ ਕੀਤੀਆਂ ਹੋਈਆਂ ਔਰ ਉੱਥੇ ROs ਨੂੰ ਅਤੇ ਲੋਕਲ DSP ਸਾਹਿਬਾਨ ਨੂੰ, ACPs ਨੂੰ ਅਸੀਂ ਕਹਿ ਕੇ ਆਏ ਹਾਂ ਕਿ ਉੱਥੇ ਸਾਈਨੇਜ ਹੋਏਗਾ ਔਰ ਵੈਲ ਡਿਜ਼ਾਈਨਡ ਪਾਰਕਿੰਗ ਦਿੱਤੀ ਜਾਊਗੀ। ਪਾਰਕਿੰਗ ਦਾ ਸਿਕਿਉਰਿਟੀ ਅਰੇਂਜਮੈਂਟ ਵੀ ਅਸੀਂ ਅਲੱਗ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਰੋਡ ਹੈ ਜਿੱਥੇ 3rd ਟੀਅਰ ਦੇ ਬਾਹਰ ਮਤਲਬ ਮੇਨ ਰੋਡ ਹੀ ਆ ਜਾਂਦੀ ਹੈ, ਜਿਵੇਂ 2-3 ਆਪਣੇ ਕਾਲਜ ਰੋਡ ਦੇ ਉੱਤੇ ਹੈਗੇ ਆ ਕਾਊਂਟਿੰਗ ਸੈਂਟਰ, ਉੱਥੇ ਅਸੀਂ ਪਲਾਨ ਇਹ ਕੀਤਾ ਕਿ ਉਹਨੂੰ ਉਸ ਥੋੜ੍ਹੀ ਦੇਰ ਵਾਸਤੇ ਟ੍ਰੈਫਿਕ ਡਾਇਵਰਸ਼ਨ ਦੇਣੀ ਪਏਗੀ। ECI ਗਾਈਡਲਾਈਨਸ ਬੜੀਆਂ ਕਲੀਅਰ ਹੈ ਕਿ ਉੱਥੇ ਆ ਕੇ ਮਤਲਬ ਇਹੋ ਜਿਹਾ ਕੋਈ ਰੋਡ ਬਲੋਕ ਨਾ ਹੋ ਜਾਏ, ਕੋਈ ਚੀਜ਼ ਰੁਕ ਨਾ ਜਾਵੇ। ਸੋ ਉਹਦੇ 'ਚ ਉਹ ਮੈਂ ਆਲਰੇਡੀ ਟ੍ਰੈਫਿਕ ਵਾਲਿਆਂ ਨੂੰ ਕਹਿ ਦਿੱਤਾ, ਅਸੀਂ ਤੁਹਾਨੂੰ ਉਹ ਵੀ ਜਾਰੀ ਵੀ ਕਰ ਦਿਆਂਗੇ ਕੱਲ੍ਹ ਤੱਕ। ਕੋਸ਼ਿਸ਼ ਕਰਦੇ ਹਾਂ ਸ਼ਾਮ ਨੂੰ ਹੀ ਕਿ ਵਾਟ ਵਿਲ ਬੀ ਦ ਡਾਇਵਰਸ਼ਨ ਪਲਾਨ ਫॉर ਦੈਟ। ਦੂਜਾ ਇਹਦੇ 'ਚ ਮੇਨ ਗੱਲ ਹੈਗੀ ਹੈ ਕਿ ਜਿਹੜੇ ਅੰਦਰ ਜਾਣ ਵਾਸਤੇ ਫ੍ਰਿਸਕਿੰਗ ਦਾ ਹੈਗਾ। ਦੇਖੋ 3 ਟੀਅਰ ਸਿਸਟਮ ਹੈ,
डिस्ट्रिक्ट पुलिस भी फ्रिस्क करेगी जिवें गेट वगैरह के उत्ते, और चैक भी करेगी। ऑथोराइज परसन ही अंदर जा सकणगे, जिवें मीडिया वास्ते तुहानूं पहलां ही दस्सिआ, उही लोग जिहड़े जा सकते ने, अलाउड ने एज पर ECI येलो कार्ड तक, वो जाणगे। उन्हां बारे असीं सर्कुलेट कर दिता है। DPRO साहब दे भी उत्थे नुमाइंदे इन्हां ने मैनूं दस्सिआ होणगे। सो इट विल बी, इन्हां नाल कोआर्ਡੀਨੇਸ਼ਨ पूरा होएगा, कोई दिक्कत नहीं आपां नूं आएगी। दूजा सैकेंड टीयर हैगा स्टेट आर्म पुलिस का, उत्थे भी फ्रिस्किंग होएगी। उत्थे वुमेन स्टाफ भी जिहड़ा नाल असीं उन्हां नूं मुहैया करा रहे हैं एज पर ECI गाइडलाइनस। थर्ड तो नैचुरली जिहड़ा पैरामिलिटरी CAPF जिहनूं कहंदे आ, वो उन्हां दा तां उत्थे हैगा ही है। मेन जिहड़ा इहदे च होर दूसरा गल है कि जिहड़ा रस्ता हैगा EVM का, मैं तो DC साहब ने जाके हरेक काउंटिंग सेंटर देखिया कि EVM की इंटरफेरेंस नहीं होनी चाहिए, चाहे वो काउंटिंग स्टाफ है या कोई होर ने। सो उन्होंने बेस्ट पॉसीबल एज पर लोकेशन सारा ROs दे नाल ते लोकल अफसर ने कर दिता। पुलिस की तुहानूं पता ही है, एंट्री इज़ नॉट अलाउड अंदर काउंटिंग सेंटर दे। वो सिर्फ जो RO साहब रैकुजिशन करनगे उदों ही जाना है आपां। उस तो इलावा जिहड़े साडे ऑफिसर्स ने, उन्होंने असी DCP लैवल या जॉइंट CP लैवल के ऑफिसर नूं 2-2 काउंटिंग सेंटर, जिवें अगे असी ईयरमार्क कीतियां सीगियां 2-2 कॉन्स्टिट्यूएंसी, इस तरह ही उन्होंने दित्तियां हुई उस तरीके नाल। उस तो इलावा उन्होंने थल्ले ADCP साहबान ने, ACP साहबान ने, जिहड़े साडे कोल एक्सट्रा इंस्पैक्टर सब इंस्पैक्टर ने, वो सारा असी जो ड्यूरिंग इलैक्शनस पोलिंग वाले दिन अरेंजमेंट से उस तरह इदा ही होंगे। लॉ एंड ऑर्डर कंपोनेंट असी लग रखा। और उस तो बाद जिहड़ा विक्ट्री प्रोसैशन या कोई इहो जिहा प्रोसैशन उत्थे अलाउड ही नहीं है काउंटिंग सेंटर तो। और दूसरी गल ये है कि जदों उस तो बाद कोई विक्ट्री प्रोसैशन कटदा भी है, असी सारा रिक्वेस्ट ROs नूं अज DC साहब ने बुलाया, उस पुलिस वाले भी बुलाए है। असी वीडियोग्राफी उहदी सारी कराउणी मैंडेटरी है, क्योंकि उहदे च जिहड़ा खर्चा हैगा, वो कोई भी चीज़ जिहड़ी यूज़ करदा वो खर्चे दे विच पएगा। सो पोलीटिकल पार्टीज़ नूं नैचुरली इस बारे पहले ही अवेयर होणगियां, पर तुहाडे नाल भी शेयर करना बड़ा जरूरी है। उत्थे कोई लड़ाई झगड़ा ना होए, उस वास्ते भी असी सारा अरेंजमेंट जिवें पोलिंग डे वाले से तकरीबन उही सारा कर रहे हैं। पैरामिलिटरी दियां अपने कोल 3 कंपनियां तां जिहड़ियां ऑलरेडी लगियां होईयां 8 स्ट्रॉन्ग रूम्स दे उत्ते। उस तो इलावा एक साडे कोल ITBP की कंपनी है, उन्होंने भी ECI की गाइडलाइनस के मुताबक आपां एक्टिव अकाउंटिंग ड्यूटी ते ही लावांगे। उत्थे उहदी डिप्लॉयमेंट असी उस हिसाब नाल ही कीती जा रही है, सो दैट वो रिजर्व ना रहे, कोई नेड़े नाका लग जाएगा या कोई इहो जी चीज़ होएगी, बिल्कुल काउंटिंग सेंटर को प्रोटैक्ट करने वास्ते। तो उहदे च जिहड़े एक इंपॉर्टेंट गल होर है कि ECI की गाइडलाइनस मुताबक एक मैजिस्ट्रेट जिहड़ा वो बाहरले 3rd टीयर ते 2nd टीयर दे विच मुहैया करवाउणा, DC साहब ने ऑलरेडी उहदे बारे ऑर्डर कर दिते ने। वो एक मैंडेटरी प्रोविजन हैगा, वो भी असी ऑन ग्राउंड जिहड़ियां वो चीज़ां उत्थे होणगियां। देखो मतलब एक प्लेटून हैगी है CAPF की, तो जिहड़े साडे कोल 200 के करीब असी बंदे 8 सेंटरां दे उत्ते लाए हुए है स्टेट आर्म पुलिस दे, 200 के करीब ही साडे डिस्ट्रिक्ट पुलिस लगी हुई है। सो वो एज इट इज़ कंटिन्यू करेगी। उस तो इलावा जिहड़ी साडे बाकी यूनिट्स ने, रिजर्व्स ने, वो सारे असी अपना ऑफिस स्टाफ है वो सारा जिवें पोलिंग डे वाले दिन आपां मैक्सीमम मोबिलाइजेशन कीती सी, स्ट्राइकिंग रिजर्वां बनाईयां सी, वो सारियां इदां ही होणगीਆਂ विद मैजिस्ट्रेट्स। देखो मतलब 144 तो सारे ही चल रही है। विक्ट्री प्रोसैशन बारे जो ECI गाइडलाइनस मैं तुहानूं दस्सियां कि उत्थों कोई शुरू नहीं कर सकता, और जो भी वो काम करनगे लॉ एंड ऑर्डर नूं मेनटेन करके उहदा खर्चा देना पेगा। नहीं बिल्कुल नहीं जी, नहीं भाई साहब देखो उस एरिए जाएगा ही ऑथराइज परसन। मैं पहले ही इस गल नूं फ्लैग किया कि उत्थे अलाउड ही आपां करांगे जिन्हां नूं हुण हरेक RO सानूं काउंटिंग स्टाफ दे भी नाम दे रहा, और नाल जिहड़े पोलिंग दा जिहड़ा उन्हां दे पोलीटिकल पार्टीज़ ने अपने एजेंट्स भेजने अंदर, काउंटिंग एजेंट्स या जो भी उन्होंने कहते हैं, उन्हां दी भी साडे कोल लिस्ट आ जाएगी। उन्हां दोनों की एंट्री भी वक्री है, जिहड़ा RO साहबान ने और जिहड़ा गवर्नमेंट काउंटिंग स्टाफ है वो डिफरेंट रस्ते तो अंदर जाएगा काउंटिंग हॉल च।
ਜਿਹੜੇ ਦੂਸਰੇ ਨੇ ਪੋਲੀਟੀਕਲ ਪਾਰਟੀਆਂ ਵਾਲੇ ਉਹ ਉੱਥੇ ਜਾਣਗੇ, ਔਰ ਇਸ ਤੋਂ ਇਲਾਵਾ ਜਿਹੜਾ ਕੈਂਡੀਡੇਟ ਔਰ ਉਹਦਾ ਜਿਹੜਾ ਪੋਲਿੰਗ ਏਜੰਟ ਹੈ, ਦੋਨੋਂ 'ਚ ਇੱਕ ਬੰਦਾ ਅੰਦਰ ਟੇਬਲਾਂ ਦੇ ਨੇੜੇ ਜਾ ਕੇ ਜਿਹੜਾ ਵਾਇਰ ਮੈਸ਼ ਦੇ ਬਾਹਰ ਆਬਜ਼ਰਵ ਕਰ ਸਕਦਾ ਹੈ। ਇਹ ਨਹੀਂ ਹੋ ਸਕਦਾ ਕਿ ਕੈਂਡੀਡੇਟ ਵੀ ਉੱਥੇ ਬੈਠ ਜਾਏ ਤੇ ਪੋਲਿੰਗ ਏਜੰਟ ਵੀ ਹੋਵੇ। ਇਹਦੇ ਉਹ ਤਾਂ ਭਾਈ ਸਾਹਿਬ ਸਾਰਾ ਹੈ ਹੀ ਹੈ ਜੋ ਚੱਲ ਰਿਹਾ, ਜੋ ਐਜ਼ ਪਰ ਗਾਈਡਲਾਈਨਸ ਨੇ ਉਹ ਤਾਂ ਮੇਰੇ ਖਿਆਲ ਡੀ ਸਾਹਿਬ ਦੱਸ ਸਕਣਗੇ ਇਹਦੇ ਬਾਰੇ। ਪੋਲਿੰਗ ਏਜੰਟ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।